ਸੁਨੀਲ ਜਾਖੜ ਦੇ ਉੱਤੇ ਸਭ ਤੋਂ ਵੱਡਾ ਪੇਚ ਫਸਿਆ ਹੋਇਆ ਹੈ। ਚੰਨੀ ਅਗਰ ਦੁਬਾਰਾ ਗਏ ਨੇ ਤਾਂ ਸੁਨੀਲ ਜਾਖੜ ਕਰਕੇ ਗਏ ਨੇ। ਉਹਨਾਂ ਨੂੰ ਮਨਾਇਆ ਗਿਆ, ਨਾਰਾਜ਼ਗੀ ਵੀ ਸੀ ਉਹਨਾਂ ਦੀ, ਕਿਉਂਕਿ 40 ਵੋਟਾਂ ਉਹਨਾਂ ਦੇ ਨਾਂ ਦੇ ਉੱਤੇ ਪਈਆਂ ਸੀ। ਉਹਨਾਂ ਦਾ ਨਾਂ ਡੀਰੇਲ ਕਰ ਦਿੱਤਾ ਗਿਆ। ਕਾਂਗਰਸ ਦੀ ਇੰਟਰਨਲ ਪੋਲਿਟਿਕਸ 'ਚ ਉਹਨਾਂ ਦਾ ਨਾਂ ਡੀਰੇਲ ਹੋਇਆ ਹੈਗਾ। ਸੁਨੀਲ ਜਾਖੜ ਸਰਕਾਰ ਦਾ ਵੀ ਹਿੱਸਾ ਹੋ ਸਕਦੇ ਨੇ, ਪਾਰਟੀ ਦਾ ਵੀ ਕੋਈ ਵੱਡੇ ਅਹੁਦੇ ਤੇ ਹਿੱਸਾ ਹੋ ਸਕਦੇ। ਮਾਝੇ ਦੇ ਅੰਦਰ ਬਹੁਤ ਸਾਰੇ ਮੰਤਰੀ ਬਣ ਗਏ। 2 ਡਿਪਟੀ ਸੀਐਮ ਵੀ ਮਾਝੇ 'ਚ ਹੀ ਚਲੇ ਗਏ, ਜਦੋਂ ਕਿ ਮਾਝੇ 'ਚ ਸੀਟਾਂ ਸਾਰੀਆਂ 25 ਨੇ। ਦੋਵੇਂ ਡਿਪਟੀ ਸੀਐਮ ਦੇਖੋ, ਓਪੀ ਸੋਨੀ ਮਾਝੇ ਤੋਂ ਤੇ ਰੰਧਾਵਾ ਮਾਝੇ ਤੋਂ। ਇਸ ਕਰਕੇ ਰੌਲਾ ਪੈ ਰਿਹਾ ਹੈਗਾ ਕਿ ਬੈਲੈਂਸ ਕਰੋ, ਸਾਰੇ ਕੰਬੀਨੇਸ਼ਨ ਬੈਲੈਂਸ ਕਰੋ। ਲਾਈਕ ਐਮਐਲਏ ਮੰਤਰੀ ਬਣਨ ਜਾ ਰਿਹਾ ਸੀ, ਉਹਦਾ ਨਾਮ ਡ੍ਰੌਪ ਕਰਨ ਲਈ ਇੱਕ ਮੰਤਰੀ ਨੇ ਪੂਰਾ ਜ਼ੋਰ ਲਾਤਾ। ਮਾਲਵੇ ਦਾ ਹੀ ਉਹ ਮੰਤਰੀ ਹੈ ਤੇ ਮਾਲਵੇ ਦਾ ਹੀ ਐਮਐਲਏ ਆ। ਲਿਸਟਾਂ ਬਣ ਰਹੀਆਂ ਨੇ, ਕੱਟ ਰਹੇ ਨੇ, ਕਦੇ ਇਹ ਨਾ ਆ ਗਿਆ, ਕਦੇ ਉਹ ਨਾ ਆ ਗਿਆ। ਇੱਕ ਨਾ ਆਉਂਦਾ ਉਹਦੇ ਤੇ ਰੌਲਾ ਪੈ ਜਾਂਦਾ। ਜਿਵੇਂ ਜਾਖੜ ਦਾ ਨਾਂ ਜੋ ਚੱਲਿਆ, ਪਤਾ ਸਿੱਟ ਦਿੱਤਾ ਗਿਆ ਕਿ ਗਾਂਧੀ ਪਰਿਵਾਰ ਦੇ ਮੱਥੇ ਤੋਂ ਤਾਂ ਮਸਾ ਕਲੰਕ ਲਿਆ ਹੈਗਾ ਕਿ ਇਹ ਸਿੱਖਾਂ ਦੇ ਵਿਰੋਧੀ ਨਹੀਂ ਆ, ਮਾਫੀਆਂ ਮੰਗ ਲੀਆਂ। ਹੁਣ ਫਿਰ ਤੁਹਾਨੂੰ ਸਿੱਖ ਵਿਰੋਧੀ ਬਣਾ ਕੇ ਪੇਸ਼ ਕਰ ਦਿੱਤਾ ਜਾਏਗਾ। ਇਸੇ ਤਰ੍ਹਾਂ ਡੀਜੀਪੀ ਦੇ ਨਾਂ ਦੇ ਉੱਤੇ ਬਹੁਤ, ਕੋਈ ਕਹਿੰਦਾ ਮੇਰਾ ਕੈਂਡੀਡੇਟ ਹੋਵੇ, ਦੂਜਾ ਕਹਿੰਦਾ ਮੇਰਾ ਹੋਵੇ, ਤੀਜਾ ਕਹਿੰਦਾ ਮੇਰਾ ਹੋਵੇ। ਉਹ ਵੀ ਜਿਹੜੇ 3 ਨਾਂ ਨੇ, ਚਟੋਪਾਧਿਆਏ, ਇਕਬਾਲਪ੍ਰੀਤ ਸੋਹਤਾ ਤੇ ਭਾਵੜਾ, ਇਹਨਾਂ ਦੇ ਨਾਂ ਦੇ ਉੱਤੇ ਚਰਚਾ ਚੱਲ ਰਹੀ ਹੈ। ਪਾਵਰ ਦੀ ਗੇਮ, ਅਗਲੀ ਸਰਕਾਰ 'ਚ ਪਾਵਰ ਕਿਹਦੇ ਹੱਥ ਹੋਵੇ, ਪਾਵਰ ਦੇ ਸੈਂਟਰ ਕਿਹੜੇ ਬਣਨ, ਕਿਹਦੇ ਆਲੇ ਦੁਆਲੇ ਸਾਰੀਆਂ ਗੱਲਾਂ ਘੁੰਮਣ। ਸਿੱਧੂ ਦੇ ਆਲੇ ਦੁਆਲੇ ਦੇ ਆਲੇ ਦੁਆਲੇ ਘੁੰਮਣ, ਚੰਨੀ ਦੇ ਆਲੇ ਦੁਆਲੇ ਘੁੰਮਣ। ਜਿਹੜੇ ਪਾਵਰ ਸੈਂਟਰ ਨੇ ਉਹਨਾਂ ਸਭ ਨੂੰ ਲੱਗਦਾ ਇੰਨਾ ਕਦੇ ਰੌਲਾ ਨਹੀਂ ਪੈਂਦਾ ਸੀ ਜਿੰਨਾ ਇਸ ਵਾਰ ਪੈ ਰਿਹਾ। ਇੰਨੇ ਦਿਨ ਕਦੇ ਨਹੀਂ ਲੱਗਦੇ ਸੀ। ਸਹੁੰ ਚੁੱਕਣ ਸਾਰ ਸਾਰੇ ਫੈਸਲੇ ਹੋ ਜਾਂਦੇ ਸੀ। ਪਰ ਕਿਉਂਕਿ ਹੁਣ ਇੰਨੀ ਡੀਸੈਂਟਰਲਾਈਜ਼ਡ ਹੋਇਆ ਕੰਮ, ਹਰ ਧੜੇ ਨੂੰ ਲੱਗਦਾ ਮੇਰੀ ਸਰਕਾਰ ਆਈ, ਨਵੀਂ ਪਾਰਟੀ ਕੈਪਟਨ ਦੀ ਹੋਂਦ 'ਚ ਆ ਸਕਦੀ ਹੈ। ਤਾਂ ਜਿਹੜੇ ਕਾਂਗਰਸ 'ਚੋਂ ਨਾਰਾਜ਼ ਹੋਣਗੇ, ਕੀ ਉਹ ਜਾ ਕੇ ਕੈਪਟਨ ਨਾਲ ਜੁੜ ਜਾਣਗੇ? ਜੇ ਕੈਪਟਨ ਨਾਲ ਜੁੜਨਗੇ ਤਾਂ ਨੁਕਸਾਨ ਅਲਟੀਮੇਟ ਕਾਂਗਰਸ ਪਾਰਟੀ ਦਾ ਹੋਇਆ। ਕਾਂਗਰਸ ਦਾ ਹੋਰ ਵੱਡਾ ਨੁਕਸਾਨ ਨਾ ਹੋ ਜਾਵੇ, ਕਿਤੇ ਚੀਜ਼ਾਂ ਨੂੰ ਬਣਾਉਂਦਿਆਂ ਢਾਹ ਨਾ ਲਈਏ। ਚੀਜ਼ਾਂ ਦਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਬੁਣਨ ਦੀ ਕੋਸ਼ਿਸ਼ ਹੋ ਰਹੀ ਹੈ, ਕਿਤੇ ਸੁਲਝਾਉਣ ਵਾਲੀਆਂ ਚੀਜ਼ਾਂ ਉਲਝ ਨਾ ਜਾਣ, ਕਿਤੇ ਬਣਦੀਆਂ ਚੀਜ਼ਾਂ ਟੁੱਟ ਨਾ ਜਾਣ। ਇਸ ਗੱਲ ਦਾ ਹਾਈ ਕਮਾਂਡ ਧਿਆਨ ਰੱਖ ਰਹੀ ਹੈ। ਕਿਉਂ ਨਹੀਂ ਹੋ ਰਿਹਾ ਕਾਂਗਰਸ 'ਚ ਮੰਤਰੀਆਂ ਦਾ ਐਲਾਨ? ਕੀ ਚੱਲ ਰਿਹਾ ਕਾਂਗਰਸ ਦੇ ਵਿੱਚ? ਇਸੇ ਹੀ ਗੱਲ ਨੂੰ ਡੀਕੋਡ ਕਰਾਂਗੇ ਰਾਜਨੀਤੀ ਡੀਕੋਡ 'ਚ ਯਾਦਵਿੰਦਰ ਸਿੰਘ ਦੇ ਨਾਲ। ਯਾਦਵਿੰਦਰ ਜੀ, ਸੀਐਮ ਚੰਨੀ ਨੂੰ ਦੂਜੀ ਵਾਰ ਬੁਲਾਇਆ ਗਿਆ ਦਿੱਲੀ। ਕੀ ਚੱਲ ਰਿਹਾ ਕਾਂਗਰਸ 'ਚ? ਐਲਾਨ ਕਿਉਂ ਨਹੀਂ ਹੋ ਰਿਹਾ? ਦੇਖੋ, ਸੁਨੀਲ ਜਾਖੜ ਦੇ ਉੱਤੇ ਸਭ ਤੋਂ ਵੱਡਾ ਪੇਚ ਫਸਿਆ ਹੋਇਆ ਹੈਗਾ। ਚੰਨੀ ਅਗਰ ਦੁਬਾਰਾ ਗਏ ਨੇ ਤਾਂ ਸੁਨੀਲ ਜਾਖੜ ਕਰਕੇ ਗਏ ਨੇ। ਸੁਨੀਲ ਜਾਖੜ ਦੇ ਨਾਲ ਪਹਿਲਾਂ ਏਅਰਪੋਰਟ 'ਤੇ ਮੁਲਾਕਾਤ ਹੁੰਦੀ ਹੈ, ਫਿਰ ਰਾਹੁਲ ਗਾਂਧੀ ਉਹਨਾਂ ਨੂੰ ਦਿੱਲੀ ਲੈ ਜਾਂਦੇ ਨੇ। ਅੱਜ ਸਵੇਰੇ ਬ੍ਰੇਕਫਾਸਟ ਕਿਹਾ ਜਾ ਰਿਹਾ ਸੁਨੀਲ ਜਾਖੜ ਦੇ ਨਾਲ ਸੀਗਾ। ਸੁਨੀਲ ਜਾਖੜ ਨੂੰ ਮਨਾਇਆ ਗਿਆ ਕਿਉਂਕਿ ਇੱਕ ਵੱਡਾ ਹਿੰਦੂ ਚਿਹਰਾ ਨੇ ਉਹ ਕਾਂਗਰਸ ਪਾਰਟੀ ਦਾ। ਉਹਨਾਂ ਨੂੰ ਮਨਾਇਆ ਗਿਆ, ਨਾਰਾਜ਼ਗੀ ਵੀ ਸੀ ਉਹਨਾਂ ਦੀ, ਕਿਉਂਕਿ 40 ਵੋਟਾਂ ਉਹਨਾਂ ਦੇ ਨਾਂ ਦੇ ਉੱਤੇ ਪਈਆਂ ਸੀ। ਉਹਨਾਂ ਦਾ ਨਾਂ ਡੀਰੇਲ ਕਰ ਦਿੱਤਾ ਗਿਆ। ਕਾਂਗਰਸ ਦੀ ਇੰਟਰਨਲ ਪੋਲਿਟਿਕਸ 'ਚ ਉਹਨਾਂ ਦਾ ਨਾਂ ਡੀਰੇਲ ਹੋਇਆ ਹੈਗਾ। ਤਾਂ ਉਸ ਤੋਂ ਬਾਅਦ ਸੁਨੀਲ ਜਾਖੜ ਨੂੰ ਮਨਾਇਆ ਜਾ ਰਿਹਾ ਸੀ ਕਿ ਤੁਸੀਂ ਸਰਕਾਰ 'ਚ ਆਓ। ਸੁਨੀਲ ਜਾਖੜ ਨੇ ਮਨਾ ਕਰਤਾ ਸੀ ਕਿ ਮੈਂ ਨਹੀਂ ਆਉਣਾ, ਨਹੀਂ ਮੰਨ ਰਹੇ ਸੀ ਉਹ। ਪਰ ਬਹੁਤ ਸਾਰੇ ਕਾਂਗਰਸੀ ਜਿਹੜੇ ਸੁਨੀਲ ਜਾਖੜ ਧੜੇ ਦੇ ਨੇ, ਉਹਨਾਂ ਨੇ ਜ਼ੋਰ ਲਾਇਆ ਕਿ ਸੁਨੀਲ ਜਾਖੜ ਤੋਂ ਬਿਨਾਂ ਗੱਲ ਨਹੀਂ ਬਣਨੀ, ਜਿਵੇਂ ਮਰਜ਼ੀ ਮਨਾਓ। ਤਾਂ ਹੁਣ ਇਹ ਚਰਚਾ ਚੱਲ ਰਹੀ ਹੈ ਸੁਨੀਲ ਜਾਖੜ ਸਰਕਾਰ ਦਾ ਵੀ ਹਿੱਸਾ ਹੋ ਸਕਦੇ ਨੇ, ਪਾਰਟੀ ਦਾ ਵੀ ਕੋਈ ਵੱਡੇ ਅਹੁਦੇ ਤੇ ਹਿੱਸਾ ਹੋ ਸਕਦੇ ਨੇ। ਪਾਰਟੀ ਦਾ ਵੱਡਾ ਅਹੁਦਾ ਨਵਜੋਤ ਸਿੱਧੂ ਕੋਲ ਆ, ਇਸ ਕਰਕੇ ਮੰਨਿਆ ਜਾ ਰਿਹਾ ਕਿ ਪਾਰਟੀ 'ਚ ਹੋਰ ਇਦੋਂ ਵੱਡਾ ਅਹੁਦਾ ਕੀ। ਸਰਕਾਰ ਲਈ ਉਹਨਾਂ ਤੇ ਬਹੁਤ ਜ਼ਿਆਦਾ ਜ਼ੋਰ ਲਾਇਆ ਗਿਆ। ਕੇਸੀ ਵੇਨੂਗੋਪਾਲ ਨੇ ਜਿਹੜੇ, ਉਹਨਾਂ ਨੇ ਵੀ ਉਹਨਾਂ ਨੂੰ ਵਾਰ-ਵਾਰ ਕਿਹਾ ਕਿ ਤੁਸੀਂ ਸਰਕਾਰ ਦਾ ਹਿੱਸਾ ਬਣੋ। ਰਾਹੁਲ ਗਾਂਧੀ ਨੇ ਕਿਹਾ, ਔਰ ਨਾਲ ਦੀ ਨਾਲ ਹੀ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨਾਲ ਲਗਾਤਾਰ ਮੀਟਿੰਗ ਕੀਤੀਆਂ ਬਹੁਤ ਸਾਰੇ ਲੀਡਰਾਂ ਨੇ ਕਿ ਤੁਸੀਂ ਨਾਰਾਜ਼ ਨਾ ਹੋ, ਤੁਸੀਂ ਸਰਕਾਰ ਦਾ ਹਿੱਸਾ ਬਣੋ। ਬਹੁਤ ਕੋਸ਼ਿਸ਼ਾਂ ਤੋਂ ਬਾਅਦ ਇਹ ਮੰਨਿਆ ਜਾ ਰਿਹਾ, ਸੰਭਾਵਨਾ ਪੱਕਾ ਨਹੀਂ ਹੈ ਕਿ ਸੁਨੀਲ ਜਾਖੜ ਸਰਕਾਰ 'ਚ ਹੋਣਗੇ, ਸੰਭਾਵਨਾ ਮੰਨੀ ਜਾ ਰਹੀ ਹੈ ਕਿ ਸੁਨੀਲ ਜਾਖੜ ਸਰਕਾਰ ਦਾ ਹਿੱਸਾ ਹੋ ਸਕਦੇ ਨੇ। ਜੇ ਉਹ ਸਰਕਾਰ ਦਾ ਹਿੱਸਾ ਹੋਣਗੇ ਤਾਂ ਉਹਨਾਂ ਕੋਲ ਵਿਭਾਗ ਇੰਡੀਪੈਂਡੈਂਟ ਹੋਏਗਾ, ਜੇ ਹੋਣਗੇ, ਕਿਉਂਕਿ ਸੁਨੀਲ ਜਾਖੜ ਦਾ ਕੱਦ ਆ ਜਿਹੜਾ, ਉਹ ਆਪਣਾ ਇੱਕ ਕਾਂਗਰਸ ਪ੍ਰਧਾਨ ਰਹੇ ਨੇ, ਉਹ ਲੀਡਰ ਆਫ ਆਪੋਜੀਸ਼ਨ ਰਹੇ ਨੇ। ਤਾਂ ਕੋਈ ਇਹੋ ਜਿਹਾ ਡਿਪਾਰਟਮੈਂਟ ਉਹਨਾਂ ਨੂੰ ਦਿੱਤਾ ਜਾ ਸਕਦਾ ਜਿਹੜੇ ਉਹ ਇੰਡੀਪੈਂਡੈਂਟ ਹੋਣ, ਯਾਨੀ ਸਿੱਧਾ ਹਾਈ ਕਮਾਨ ਨੂੰ ਰਿਪੋਰਟ ਕਰਨ। ਇਸ ਤਰ੍ਹਾਂ ਦੀ ਗੱਲ ਕਹੀ ਜਾ ਰਹੀ ਹੈ। ਹੋ ਸਕਦਾ ਉਹ ਨਾ ਹੋਣ ਸਰਕਾਰ 'ਚ, ਪਰ ਚਰਚਾ ਕਿ ਉਹਨਾਂ 'ਤੇ ਬਹੁਤ ਪ੍ਰੈਸ਼ਰ ਆ ਕਿ ਤੁਸੀਂ ਸਰਕਾਰ ਦਾ ਹਿੱਸਾ ਬਣੋ। ਜਿਹੜੀਆਂ ਸਾਰੀਆਂ ਲਿਸਟਾਂ ਰੁਕੀਆਂ ਨੇ, ਸਭ ਕੁਝ ਰੁਕਿਆ, ਉਹ ਸੁਨੀਲ ਜਾਖੜ ਕਰਕੇ ਰੁਕਿਆ। ਸੁਨੀਲ ਜਾਖੜ ਕਰਕੇ ਪੂਰੀ ਕਾਂਗਰਸ ਦੀ ਰਾਜਨੀਤੀ ਬਦਲ ਗਈ ਹੈ। ਸੁਨੀਲ ਜਾਖੜ ਦੇ ਲਈ ਬਹੁਤ ਕੁਝ ਕੀਤਾ ਜਾ ਰਿਹਾ ਕਿ ਸੁਨੀਲ ਜਾਖੜ ਜੇ ਆਪਾਂ ਐਵੇਂ ਹੀ ਬਿਠਾਤੇ ਸਾਡਾ ਨੁਕਸਾਨ ਹੋ ਜਾਊਗਾ।
ਸੁਨੀਲ ਜਾਖੜ ਨਾਰਾਜ਼ ਨਾ ਹੋਣ, ਇਸੇ ਕਰਕੇ ਜੇ ਤੁਸੀਂ ਅੱਜ ਉਹਨਾਂ ਦਾ ਬਿਆਨ ਦੇਖੋਗੇ ਕਾਫੀ ਠੀਕ ਠਾਕ ਬਿਆਨ ਦਿੱਤਾ। ਨਾਲ ਹੀ ਉਹਨਾਂ ਨੇ ਕਿਹਾ ਕਿ ਨਫ਼ਰਤ ਦੀ ਰਾਜਨੀਤੀ ਨਾ ਕਰੋ ਪੰਜਾਬ 'ਚ। ਯਾਨੀ ਸੁਨੀਲ ਜਾਖੜ ਨੂੰ ਇਸ ਗੱਲ ਦਾ ਦੁੱਖ ਆ। ਉਹਨਾਂ ਨੇ ਕਿਹਾ ਵੀ ਕਿ ਪੰਜਾਬ 'ਚ ਹਿੰਦੂ, ਸਿੱਖ, ਮੁਸਲਿਮ, ਕ੍ਰਿਸਚਨ ਇਸ ਤਰ੍ਹਾਂ ਦੀਆਂ ਗੱਲਾਂ ਪੰਜਾਬ 'ਚ ਕਦੇ ਨਹੀਂ ਹੁੰਦੀਆਂ ਸੀ। ਇਸ ਤਰ੍ਹਾਂ ਦੀਆਂ ਗੱਲਾਂ ਪੰਜਾਬ ਦੀ ਸਿਆਸਤ 'ਚ ਨਹੀਂ ਹੋਣੀਆਂ ਚਾਹੀਦੀਆਂ। ਇਹ ਗੱਲ ਬਾਕਾਇਦਾ ਤੌਰ 'ਤੇ ਸੁਨੀਲ ਜਾਖੜ ਨੇ ਕਹੀ ਹੈ। ਤਾਂ ਉਹ ਸਾਰੀਆਂ ਗੱਲਾਂ ਉਹਨਾਂ ਨੇ ਜਥੇਦਾਰ ਦੇ ਬਿਆਨ ਦਾ ਵੀ ਹਵਾਲਾ ਦਿੱਤਾ। ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਰੰਜ ਹੈ ਕਿ ਜਦੋਂ ਇਸ ਤਰ੍ਹਾਂ ਦੀ ਪੋਲੀਟਿਕਸ ਹੋ ਰਹੀ ਹੈ ਤਾਂ ਕਿਉਂ ਮੇਰੇ ਨਾਲ ਇਸ ਤਰ੍ਹਾਂ ਕੀਤਾ ਗਿਆ, ਕਿਉਂ ਇਸ ਤਰ੍ਹਾਂ ਦੀ ਗਰੁੱਪਬਾਜ਼ੀ ਹੋਈ, ਕਿਉਂ ਇਸ ਤਰ੍ਹਾਂ ਦਾ ਪੋਲਰਾਈਜੇਸ਼ਨ ਹੋਇਆ, ਕਿਉਂ ਇਸ ਤਰ੍ਹਾਂ ਦੀ ਧੜੇਬੰਦੀ ਹੋਈ, ਕਿਉਂ ਮੇਰੇ ਆਪਣੇ ਹੀ ਮੇਰੇ ਵਿਰੋਧੀ ਹੋ ਗਏ। ਉਹਨਾਂ ਨੇ ਕਿਹਾ ਨਾ, ਮੇਰਾ ਵਿਰੋਧ ਅਗਰ ਕੋਈ ਅਕਾਲੀ ਕਰਦਾ ਜਾਂ ਬੀਜੇਪੀ ਕਰਦੀ, ਆਰਐਸਐਸ ਕਰਦੀ ਤਾਂ ਮੈਨੂੰ ਕੋਈ ਦੁੱਖ ਨਾ ਹੁੰਦਾ। ਸਾਡੇ ਆਪਣੀ ਇਹ ਕੁਝ ਕਰਨ ਲੱਗ ਗਏ। ਸਾਡੀ ਪਾਰਟੀ ਜਿਹਦੀ ਵਿਚਾਰਧਾਰਾ ਇਹ ਨਹੀਂ ਹੈ, ਸੁਨੀਲ ਜਾਖੜ ਦਾ ਦਾਅਵਾ ਹੈਗਾ ਕਿ ਸਾਡੀ ਪਾਰਟੀ ਦੀ ਇਹ ਵਿਚਾਰਧਾਰਾ ਨਹੀਂ ਹੈ, ਪਰ ਸਾਡੀ ਪਾਰਟੀ ਦੇ ਪ੍ਰਤੀ ਅਜਿਹਾ ਕੁਝ ਕੀਤਾ ਜਾ ਰਿਹਾ। ਤੇ ਇਹਨੂੰ ਲੈ ਕੇ ਵੱਡਾ ਰੌਲਾ ਕਾਂਗਰਸ ਸੀ। ਸੁਨੀਲ ਜਾਖੜ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਨੇ, ਇੱਕ ਲੀਡਰ ਦੀ ਨਹੀਂ ਹੋਈ, ਬਹੁਤ ਸਾਰੀਆਂ ਮੀਟਿੰਗਾਂ ਰਾਹੁਲ ਗਾਂਧੀ ਤੋਂ ਲੈ ਕੇ ਹੋਰ ਲੀਡਰਾਂ ਦੀਆਂ ਉਹਨਾਂ ਨੂੰ ਮਨਾਇਆ ਜਾ ਰਿਹਾ। ਸੰਭਾਵਨਾ ਹੈ ਕਿ ਸੁਨੀਲ ਜਾਖੜ ਸਰਕਾਰ ਦਾ ਹਿੱਸਾ ਬਣਨ। ਜੇ ਸਰਕਾਰ ਦਾ ਹਿੱਸਾ ਨਹੀਂ ਬਣਨਗੇ ਤਾਂ ਉਹਨਾਂ ਨੂੰ ਜਿਵੇਂ ਕੰਪੇਨ ਕਮੇਟੀ ਦਾ ਚੇਅਰਮੈਨ ਜਾਂ ਕੋਈ ਹੋਰ ਵੱਡਾ ਉਹਦਾ ਪਾਰਟੀ ਲੈਵਲ ਤੇ ਜਨਰਲ ਸੈਕਟਰੀ ਲਾ ਕੇ ਕਿਸੇ ਹੋਰ ਸੂਬੇ ਦਾ ਇੰਚਾਰਜ ਲਾਇਆ ਜਾ ਸਕਦਾ। ਮਿਰਾਸਾਂ ਬਾਰੇ ਚਰਚਾ ਚੱਲ ਰਹੀ ਹੈ ਤਾਂ ਉਹਨਾਂ ਨੂੰ ਇਸ ਦੇ ਗੱਲ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ। ਪਰ ਸਰਕਾਰ ਦੇ ਅੰਦਰ ਉਹ ਸ਼ਾਮਲ ਹੋਣ, ਸਰਕਾਰ 'ਚੋਂ ਮੰਤਰੀ ਹੋਣ, ਇਹਦੀ ਬਹੁਤ ਸਾਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸੁਨੀਲ ਜਾਖੜ ਦੇ ਲਈ ਲਗਾਤਾਰ ਮਨਾ ਕਰ ਰਹੇ ਨੇ। ਇੱਕ ਪਾਸੇ ਤਾਂ ਸੁਨੀਲ ਜਾਖੜ ਨੂੰ ਲੈ ਕੇ ਪੇਚ ਫਸਿਆ ਹੋਇਆ, ਪਰ ਦੂਜੇ ਪਾਸੇ ਜੇਕਰ ਡਿਪਾਰਟਮੈਂਟਸ ਦੀ ਗੱਲ ਕਰੀਏ, ਕਿਤੇ ਡਿਪਾਰਟਮੈਂਟਸ ਨੂੰ ਲੈ ਕੇ ਵੀ ਰੇੜਕਾ ਤਾਂ ਨਹੀਂ ਚੱਲ ਰਿਹਾ ਕਿ ਕਿਹੜਾ ਡਿਪਾਰਟਮੈਂਟ ਕਿਸ ਨੂੰ ਦਿੱਤਾ ਜਾਵੇ। ਦੇਖੋ, ਇਹ ਇੱਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਝੇ ਦੇ ਅੰਦਰ ਬਹੁਤ ਸਾਰੇ ਮੰਤਰੀ ਬਣ ਗਏ, 2 ਡਿਪਟੀ ਸੀਐਮ ਵੀ ਮਾਝੇ 'ਚ ਹੀ ਚਲੇ ਗਏ, ਜਦੋਂ ਕਿ ਮਾਝੇ 'ਚ ਸੀਟਾਂ ਸਾਰੀਆਂ 25 ਨੇ, ਮਾਲਵੇ 'ਚ 65 ਦੇ ਕਰੀਬ ਸੀਟਾਂ ਨੇ ਤੇ ਦੁਆਬੇ 'ਚ ਵੀ ਸੀਟਾਂ ਨੇ। ਪਰ ਜਿਹੜਾ ਜ਼ਿਆਦਾ ਵੱਡੇ ਅਹੁਦੇ ਚਲੇ ਗਏ ਚੀਫ ਮਿਨਿਸਟਰ ਤੋਂ ਬਾਅਦ, ਉਹ ਚਲੇ ਗਏ ਮਤਲਬ ਮਾਝੇ ਦੇ ਅੰਦਰ। ਦੋਵੇਂ ਡਿਪਟੀ ਸੀਐਮ ਦੇਖੋ, ਓਪੀ ਸੋਨੀ ਮਾਝੇ ਤੋਂ ਤੇ ਰੰਧਾਵਾ ਮਾਝੇ ਤੋਂ। ਇਸ ਕਰਕੇ ਰੌਲਾ ਪੈ ਰਿਹਾ ਹੈਗਾ ਕਿ ਬੈਲੈਂਸ ਕਰੋ, ਸਾਰੇ ਕੰਬੀਨੇਸ਼ਨ ਬੈਲੈਂਸ ਕਰੋ। ਜਿਵੇਂ ਓਬੀਸੀ ਦੇ ਉੱਤੇ ਸਰਜੀਤ ਧਮਾਨ ਨੇ ਰੌਲਾ ਪਾਇਆ। ਸਰਜੀਤ ਧਮਾਨ ਨੇ ਕਿਹਾ ਕਿ ਸਾਡੇ ਭਾਈਚਾਰੇ ਦੀ ਨੁਮਾਇੰਦਗੀ ਕਿਵੇਂ ਹੋਊਗੀ, ਸਾਨੂੰ ਹਮੇਸ਼ਾ ਇਗਨੋਰ ਕੀਤਾ ਗਿਆ। ਇਸ ਕਰਕੇ ਜਿਹੜਾ ਇਹ ਰੌਲਾ ਚੱਲ ਰਿਹਾ ਹੈਗਾ, ਉਹਨੂੰ ਲੈ ਕੇ ਲਗਾਤਾਰ ਮੰਥਨ ਹੋ ਰਿਹਾ ਲਿਸਟਾਂ 'ਤੇ। ਕਦੇ ਕੋਈ ਨਾਂ ਪਾਉਂਦਾ ਡਰੋਪ ਹੋ ਜਾਂਦਾ। ਇੱਕ ਮੰਤਰੀ ਦਾ ਨਾਂ ਪੈ ਰਿਹਾ ਸੀ, ਇੱਕ ਮੰਤਰੀ ਡਰੋਪ ਕਰਾਉਣ ਲਈ। ਇੱਕ ਐਮਐਲਏ ਮੰਤਰੀ ਬਣਨ ਜਾ ਰਿਹਾ ਸੀ, ਉਹਦਾ ਨਾਂ ਡਰੋਪ ਕਰਨ ਲਈ ਇੱਕ ਮੰਤਰੀ ਨੇ ਪੂਰਾ ਜ਼ੋਰ ਲਾਤਾ। ਮਾਲਵੇ ਦਾ ਹੀ ਉਹ ਮੰਤਰੀ ਹੈ ਤੇ ਮਾਲਵੇ ਦਾ ਹੀ ਐਮਐਲਏ ਹੈ। ਐਮਐਲਏ ਉਹ ਮੰਤਰੀ ਬਣ ਰਿਹਾ ਸੀ, ਪਰ ਮਾਲਵੇ ਦੇ ਇੱਕ ਮੰਤਰੀ ਨੇ ਜ਼ੋਰ ਲਾਤਾ ਕਿ ਇਹ ਮੰਤਰੀ ਨਹੀਂ ਬਣਨ ਦੇਣਾ। ਸਪੈਸ਼ਲੀ ਪੂਰਾ ਜ਼ੋਰ ਲਾਇਆ ਕਿ ਇਹ ਨਾ ਬਣੇ। ਤਾਂ ਉਹ ਕਦੇ ਲਿਸਟ 'ਚੋਂ ਕੋਈ ਆ ਗਿਆ, ਕਦੇ ਆਊਟ ਹੋ ਗਿਆ, ਕਦੇ ਬਾਹਰ ਹੋ ਗਿਆ, ਕਦੇ ਅੰਦਰ ਹੋ ਗਿਆ। ਲਿਸਟਾਂ ਬਣ ਰਹੀਆਂ ਨੇ, ਕੱਟ ਰਹੇ ਨੇ, ਕਦੇ ਇਹ ਨਾ ਆ ਗਿਆ, ਕਦੇ ਉਹ ਨਾ ਆ ਗਿਆ। ਇੱਕ ਨਾ ਆਉਂਦਾ ਉਹਦੇ 'ਤੇ ਰੌਲਾ ਪੈ ਜਾਂਦਾ। ਜਿਵੇਂ ਜਾਖੜ ਦਾ ਨਾਂ ਜੋ ਚੱਲਿਆ, ਪਤਾ ਸਿੱਟ ਦਿੱਤਾ ਗਿਆ ਕਿ ਗਾਂਧੀ ਪਰਿਵਾਰ ਦੇ ਮੱਥੇ ਤੋਂ ਤਾਂ ਮਸਾ ਕਲੰਕ ਲਿਆ ਹੈਗਾ ਕਿ ਇਹ ਸਿੱਖਾਂ ਦੇ ਵਿਰੋਧੀ ਨਹੀਂ ਆ, ਮਾਫੀਆਂ ਮੰਗ ਲੀਆਂ। ਹੁਣ ਫਿਰ ਤੁਹਾਨੂੰ ਸਿੱਖ ਵਿਰੋਧੀ ਬਣਾ ਕੇ ਪੇਸ਼ ਕਰ ਦਿੱਤਾ ਜਾਏਗਾ, ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਖਤਰਾ ਖੜਾ ਹੋ ਜਾਏਗਾ। ਤਾਂ ਇਹੋ ਜਿਹੇ ਪੱਤੇ ਸਿੱਟਣ ਵਾਲੇ ਹੁਣ ਹੋਰ ਵੀ ਨੇ, ਜਿਹੜੇ ਵੱਖ-ਵੱਖ ਮਸਲਿਆਂ 'ਚ ਪੱਤੇ ਸਿੱਟ ਰਹੇ ਨੇ ਕਿ ਜੇ ਐਂ ਕਰੋਗੇ ਤਾਂ ਐਂ ਹੋ ਜਾਊਗਾ, ਐਵੇਂ ਕਰੋਗੇ ਤਾਂ ਐਵੇਂ ਹੋ ਜਾਊਗਾ। ਇਸ ਕਰਕੇ ਉਸ ਗੱਲ ਦੇ ਉੱਤੇ ਬਹੁਤ ਰੌਲਾ ਚੱਲ ਰਿਹਾ। ਲਿਸਟਾਂ ਬਣ ਰਹੀਆਂ ਨੇ, ਕੱਟ ਰਹੀਆਂ ਨੇ, ਇਸੇ ਕਰਕੇ ਲਿਸਟ ਲੇਟ ਹੋ ਰਹੀ ਹੈ। ਇਸੇ ਕਰਕੇ ਕੱਲ੍ਹ ਉਮੀਦ ਹੈ ਕਿ ਲਿਸਟ ਜਾਂ ਬਹੁਤ ਦੇਰ ਰਾਤ ਜਾਂ ਕੱਲ੍ਹ ਇਹ ਲਿਸਟ, ਔਰ ਲਗਾਤਾਰ ਮੰਥਨ ਕੀਤਾ ਜਾ ਰਿਹਾ। ਚੰਨੀ ਨੂੰ ਬੁਲਾਉਣ ਦਾ ਮਤਲਬ ਇਹੀ ਹੈ, ਨਹੀਂ ਤਾਂ ਸਭ ਕੁਝ ਡਿਸਾਈਡਡ ਸੀ। ਚੰਨੀ ਦਾ ਤਾਂ ਕੋਈ ਮਤਲਬ ਨਹੀਂ ਬਣਦਾ ਸੀ, ਚੰਨੀ ਨੂੰ ਤਾਂ ਭੇਜ ਦਿੱਤਾ ਗਿਆ ਸੀ। ਚੰਨੀ ਨੂੰ ਜਿਹੜਾ ਦੁਬਾਰਾ ਬੁਲਾਇਆ ਗਿਆ ਉਹ ਬਹੁਤ ਕੁਝ ਕਹਿ ਰਿਹਾ। ਯਾਨੀ ਬਹੁਤ ਸਾਰੀਆਂ ਗੱਲਾਂ ਫਸੀਆਂ ਹੋਈਆਂ ਨੇ, ਬਹੁਤ ਸਾਰੀਆਂ ਗੱਲਾਂ ਅੜੀਆਂ ਹੋਈਆਂ ਨੇ। ਕੋਈ ਰੌਲਾ ਨਾ ਪਵੇ, ਸਾਰਿਆਂ ਨੂੰ ਖੁਸ਼ ਕਰੀਏ। ਕੋਈ ਵੀ ਇੱਕ ਧੜਾ ਨਾਰਾਜ਼ ਹੋ ਕੇ ਨਾ ਬਹਿ ਜਾਏ, ਕਿਉਂਕਿ ਚੋਣਾਂ ਨੇੜੇ ਨੇ। ਅਗਰ ਇੱਕ ਵੀ ਕੋਈ ਵੱਡਾ ਲੀਡਰ ਨਾਰਾਜ਼ ਹੋ ਕੇ ਬਹਿ ਗਿਆ ਤਾਂ ਮੁਸ਼ਕਲਾਂ ਬਹੁਤ ਵੱਡੇ ਪੱਧਰ 'ਤੇ ਖੜੀਆਂ ਹੋ ਜਾਣਗੀਆਂ ਕਾਂਗਰਸ ਲਈ। ਕਾਂਗਰਸ ਨੂੰ ਹੁਣ ਖਤਰਾ ਕਾਂਗਰਸ ਤੋਂ ਜ਼ਿਆਦਾ, ਬਾਹਰੋਂ ਅਜੇ ਖਤਰਾ ਘੱਟ ਹੈ, ਕਿਉਂਕਿ ਇੱਕ ਪੱਤਾ ਸਿੱਟਤਾ ਉਹਨਾਂ ਨੇ ਜਿਹੜਾ ਕਾਫੀ ਇੰਪੋਰਟੈਂਟ ਉਹਨਾਂ ਨੇ ਰੋਲ ਪਲੇ ਕੀਤਾ, ਜਿਹੜਾ ਸੀਐਮ ਬਣਾਇਆ ਚੰਨੀ ਨੂੰ। ਪਰ ਦੂਜੇ ਪਾਸੇ ਜਿਹੜਾ ਅੰਦਰ ਇੰਟਰਨਲ ਕਲੇਸ਼ ਨੇ ਕਾਂਗਰਸ 'ਚ ਬਹੁਤ ਸਾਰੇ ਨੇ, ਅੰਦਰੂਨੀ ਕਲੇਸ਼ ਬਹੁਤ ਜ਼ਿਆਦਾ ਚੱਲ ਰਹੇ ਨੇ। ਹਰ ਲੀਡਰ ਇੱਕ ਦੂਜੇ ਪ੍ਰਤੀ ਸ਼ੱਕੀ ਹੋਇਆ ਪਿਆ। ਹਰ ਲੀਡਰ ਨੂੰ ਲੱਗਦਾ ਮੇਰੇ ਪ੍ਰਤੀ ਸਾਜ਼ਿਸ਼ਾਂ ਬਣੀਆਂ ਜਾ ਰਹੀਆਂ ਨੇ। ਉਹ ਸ਼ੱਕੀ ਤੇ ਸਾਜ਼ਿਸ਼ੀ ਮਾਹੌਲ 'ਚ ਲਿਸਟਾਂ ਬਣ ਰਹੀਆਂ ਨੇ। ਉਹਦੇ 'ਚੋਂ ਹਰ ਬੰਦਾ ਇੱਕ ਦੂਜੇ ਨੂੰ ਡਰੋਪ ਕਰਾਉਣਾ ਚਾਹੁੰਦਾ। ਹਰ ਬੰਦਾ ਅਫਸਰਾਂ ਨੂੰ ਲੱਗਦਾ ਕਿ ਮੇਰਾ ਅਫਸਰ ਲੱਗੇ। ਤੁਸੀਂ ਦੇਖੋ, ਐਡਵੋਕੇਟ ਜਨਰਲ ਦਾ ਨਾਂ ਆ ਕੇ ਉਹ ਹੋ ਗਿਆ। ਐਡਵੋਕੇਟ ਜਨਰਲ ਦੇ ਨਾਂ 'ਤੇ ਸਾਰੇ ਕਨਫਰਮੇਸ਼ਨ ਦੇ ਰਹੇ ਸੀ ਕਿ ਡਨ ਹੈ, ਪਰ ਐਡਵੋਕੇਟ ਜਨਰਲ ਦਾ ਨਾਂ ਬਾਅਦ 'ਚੋਂ ਕੱਟ ਦਿੱਤਾ ਗਿਆ। ਹੁਣ ਨਵੇਂ ਐਡਵੋਕੇਟ ਦੀ ਚਰਚਾ ਚੱਲ ਰਹੀ ਹੈ, ਨਵੇਂ ਐਡਵੋਕੇਟ ਜਨਰਲ ਦੀ। ਇਸੇ ਤਰ੍ਹਾਂ ਡੀਜੀਪੀ ਦੇ ਨਾਂ ਦੇ ਉੱਤੇ ਬਹੁਤ, ਕੋਈ ਕਹਿੰਦਾ ਮੇਰਾ ਕੈਂਡੀਡੇਟ ਹੋਵੇ, ਦੂਜਾ ਕਹਿੰਦਾ ਮੇਰਾ ਹੋਵੇ, ਤੀਜਾ ਕਹਿੰਦਾ ਮੇਰਾ ਹੋਵੇ। ਉਹ ਵੀ ਜਿਹੜੇ 3 ਨਾਂ ਨੇ, ਚਟੋਪਾਧਿਆਏ, ਇਕਬਾਲਪ੍ਰੀਤ ਸੋਹਤਾ ਤੇ ਭਾਵੜਾ,
ਇਹਨਾਂ ਦੇ ਨਾਂ ਦੇ ਉੱਤੇ ਚਰਚਾ ਚੱਲ ਰਹੀ ਹੈ। ਇਸੇ ਕਰਕੇ ਸਾਰੀਆਂ ਚੀਜ਼ਾਂ 'ਚ ਦੇਰੀ ਹੋ ਰਹੀ ਹੈ, ਇਸੇ ਕਰਕੇ ਇੰਨਾ ਰੌਲਾ ਵਧਿਆ ਹੋਇਆ। ਜਿਸ ਤਰ੍ਹਾਂ ਦੇ ਰੌਲੇ ਪਏ ਹੋਏ ਨੇ ਕਾਂਗਰਸ ਦੇ ਵਿੱਚ, ਕਿਤੇ ਜਾਤੀ ਆਧਾਰਿਤ ਰਾਜਨੀਤੀ ਤਾਂ ਨਹੀਂ ਹੋ ਰਹੀ? ਦੇਖੋ ਉਹ ਤਾਂ ਹੈਗੀ ਹੋਈ ਹੈਗੀ, ਆਪਾਂ ਦੇਖ ਹੀ ਰਹੇ ਹਾਂਗੇ ਬਹੁਤ ਸਾਰਾ। ਅਸਲ ਜਾਤੀ ਆਧਾਰਿਤ ਰਾਜਨੀਤੀ ਦਾ ਮਸਲਾ ਨਹੀਂ ਹੈਗਾ। ਰਾਜਨੀਤੀ ਤਾਂ ਇੱਕ ਵਾਰ ਹੋ ਗਈ ਜੋ ਹੋਣੀ ਸੀ। ਹੁਣ ਹਰ ਬੰਦੇ ਨੂੰ ਲੱਗਦਾ ਮੇਰੇ ਵਰਗ ਦੀ ਨੁਮਾਇੰਦਗੀ, ਉਹ ਵੀ ਫਿਰ ਉਹੀ ਆ ਜਾਂਦਾ ਨਾ, ਜਿਵੇਂ BC ਭਾਈਚਾਰੇ ਨੂੰ ਲੱਗਦਾ ਕਿ ਸਾਡੀ ਨੁਮਾਇੰਦਗੀ। ਸ਼ਾਇਦ ਜੇ CM ਚੰਨੀ ਨਾ ਹੁੰਦੇ ਤਾਂ BC ਭਾਈਚਾਰਾ ਇਹਨਾਂ ਖੁੱਲ੍ਹ ਕੇ ਨਾ ਕਹਿ ਪਾਉਂਦਾ। ਉਹਨਾਂ ਨੂੰ ਵੀ ਲੱਗਦਾ ਗਾ ਕਿ ਜੇ ਇਹ ਕਮਿਊਨਿਟੀ ਨੂੰ ਥਾਂ ਦਿੱਤੀ ਹੈ, ਸਾਡੀ ਕਮਿਊਨਿਟੀ ਕਿੱਥੇ? ਸਾਡੀ ਵੀ 31% ਆਬਾਦੀ ਆ, ਉਹ ਕਹਿੰਦੇ। ਇਸ ਕਰਕੇ ਇਹ ਚੀਜ਼ਾਂ ਤਾਂ ਹੋਣੀਆਂ ਹੀ ਨੇ। ਇਸੇ ਕਰਕੇ ਇਸੇ ਚੀਜ਼ ਦੇ ਉੱਤੇ ਰੌਲਾ ਪੈ ਰਿਹਾ। ਉਹਦੇ ਨਾਲੋਂ ਵੀ ਜ਼ਿਆਦਾ ਪਾਵਰ ਦੀ ਗੇਮ ਹੈ। ਅਗਲੀ ਸਰਕਾਰ 'ਚ ਪਾਵਰ ਕਿਹਦੇ ਹੱਥ ਹੋਵੇ, ਪਾਵਰ ਦੇ ਸੈਂਟਰ ਕਿਹੜੇ ਬਣਨ, ਕਿਹਦੇ ਆਲੇ ਦੁਆਲੇ ਸਾਰੀਆਂ ਗੱਲਾਂ ਘੁੰਮਣ। ਸਿੱਧੂ ਦੇ ਆਲੇ ਦੁਆਲੇ, ਮਨਪ੍ਰੀਤ ਦੇ ਆਲੇ ਦੁਆਲੇ ਘੁੰਮਣ, ਚੰਨੀ ਦੇ ਆਲੇ ਦੁਆਲੇ ਘੁੰਮਣ। ਜਿਹੜੇ ਪਾਵਰ ਸੈਂਟਰ ਨੇ ਉਹਨਾਂ ਸਭ ਨੂੰ ਲੱਗਦਾ ਕਿ ਅਸੀਂ ਆਪਣੇ ਤਰੀਕੇ ਨਾਲ ਚੀਜ਼ਾਂ ਚਲਾਈਏ, ਸਾਡੇ ਤਰੀਕੇ ਨਾਲ ਚੀਜ਼ਾਂ ਘੁੰਮਣ, ਸਾਡੇ ਤਰੀਕੇ ਨਾਲ ਸਰਕਾਰ ਚੱਲੇ। ਇਹ ਰੌਲਾ ਜਦੋਂ ਕੋਈ ਵੀ ਚੀਜ਼ ਨਵੀਂ ਹੁੰਦੀ ਆ, ਹੁੰਦਾ ਹੀ ਆ। ਪਰ ਹੋਰ ਦੌਰ 'ਚ ਕਿਸੇ, ਜਿਵੇਂ ਕੈਪਟਨ ਵਾਲੇ ਦੌਰ 'ਚ, ਕਿਉਂਕਿ ਕੈਪਟਨ ਦਾ ਕੱਦ ਹੀ ਐਡਾ, ਉਹ ਤਾਂ ਇੱਥੋਂ ਬੈਠੇ ਡਿਸਾਈਡ ਕਰ ਦਿੰਦੇ ਸੀ। ਕੈਪਟਨ ਦਾ ਹਾਈ ਕਮਾਨ ਨੂੰ ਕੁਝ ਮੰਨਦੇ ਹੀ ਨਹੀਂ ਸੀਗੇ, ਇੱਥੇ ਬੈਠੇ ਡਿਸਾਈਡ ਕਰ ਦਿੰਦੇ ਸੀਗੇ। ਜਿੰਨੇ ਐਡਵੋਕੇਟ ਜਨਰਲ, DGP ਸਭ ਇੱਥੋਂ ਬੈਠੇ ਡਿਸਾਈਡ ਕਰ ਦਿੰਦੇ ਸੀ। ਇੰਨਾ ਰੌਲਾ ਵੀ ਪਾਉਂਦਾ ਸੀ, ਕਿਸੇ ਦੀ ਸੁਣਦੇ ਹੀ ਨਹੀਂ ਸੀ। ਪਰ ਹੁਣ ਕਿਉਂਕਿ ਡਿਸਾਈਡ ਉੱਥੇ ਹੋ ਰਿਹਾ, ਉੱਥੇ ਹਰ ਧੜੇ ਦੀ ਸੁਣੀ ਜਾ ਰਹੀ ਹੈ। ਕੋਈ ਵੀ ਧੜਾ ਨਾਰਾਜ਼ ਹਾਈ ਕਮਾਨ ਨਹੀਂ ਦੇਖਣਾ ਚਾਹੁੰਦੀ। ਇਸੇ ਕਰਕੇ ਜਾਖੜ ਨੂੰ ਵਾਰ-ਵਾਰ ਮਨਾਇਆ ਜਾ ਰਿਹਾ ਕਿ ਅਗਰ ਜਾਖੜ ਨਾਰਾਜ਼ ਹੋ ਗਏ ਤਾਂ ਇੱਕ ਕਮਿਊਨਿਟੀ ਦਾ ਇੱਕ ਵੱਡਾ ਲੀਡਰ ਨਾਰਾਜ਼ ਹੋ ਜਾਏਗਾ। ਉਹ ਨਾਰਾਜ਼ ਹੋ ਜਾਏਗਾ ਤਾਂ ਮੈਸੇਜ ਕੀ ਜਾਏਗਾ ਪੂਰੀ ਕਮਿਊਨਿਟੀ 'ਚ? ਤਾਂ ਉਹ ਪੋਲੀਟਿਕਸ ਕਿਤੇ ਸਾਡੇ ਤੇ ਭਾਰੂ ਤਾਂ ਨਹੀਂ ਪੈ ਜਾਏਗੀ, ਆਪਸੀ ਲੜਾਈਆਂ ਕਿਤੇ ਕਾਂਗਰਸ ਨੂੰ ਲੈ ਤਾਂ ਨਹੀਂ ਬੈਠਣਗੀਆਂ। ਇਹਦਾ ਖਿਆਲ ਬਹੁਤ ਰੱਖਿਆ ਜਾ ਰਿਹਾ ਕਿ ਬਾਕੀ ਸਾਰੀਆਂ ਚੀਜ਼ਾਂ ਅਸੀਂ ਸੈਟਲ ਕਰਤੀਆਂ, ਜੇ ਹੁਣ ਇਹ ਚੀਜ਼ਾਂ ਸੈਟਲ ਨਾ ਕੀਤੀਆਂ ਨੁਕਸਾਨ ਹੋ ਜਾਊ। ਇਸੇ ਕਰਕੇ ਇੰਨਾ ਟਾਈਮ ਕਦੇ ਲੱਗਦਾ ਨਹੀਂ ਹੁੰਦਾ। ਅਸੀਂ ਬਹੁਤ ਸਾਰੀਆਂ ਸਰਕਾਰਾਂ ਦੇਖੀਆਂ ਨੇ, ਮੈਂ ਬਾਦਲ ਦੀਆਂ ਦੋਵੇਂ ਸਰਕਾਰਾਂ ਦੇ ਅੰਦਰ ਬੰਦੇ ਡਿਸਾਈਡ ਹੁੰਦੇ ਦੇਖੇ ਨੇ। ਇੱਕੋ ਮਿੰਟ 'ਚ ਬੰਦੇ ਡਿਸਾਈਡ ਹੁੰਦੇ ਸੀਗੇ, ਸਹੁੰ ਚੱਕਦੇ ਸਭ, ਕੌਣ DGP, ਕੌਣ SSP, ਕੌਣ DC, ਕੌਣ ਮੰਤਰੀ ਹੋ ਜਾਂਦਾ ਸੀਗਾ। ਅਸੀਂ ਕੈਪਟਨ ਦੀ ਸਰਕਾਰ ਵੀ ਦੇਖੀ ਆ, ਕੈਪਟਨ ਦੀ ਪਿਛਲੀ ਵੀ ਦੇਖੀ ਆ, ਕੈਪਟਨ ਦੀ ਹੋਣ ਵਾਲੀ ਵੀ ਦੇਖੀ ਆ। ਇੰਨਾ ਕਦੇ ਰੌਲਾ ਨਹੀਂ ਪੈਂਦਾ ਸੀ ਜਿੰਨਾ ਇਸ ਵਾਰ ਪੈ ਰਿਹਾ। ਇੰਨੇ ਦਿਨ ਕਦੇ ਨਹੀਂ ਲੱਗਦੇ ਸੀ। ਸਹੁੰ ਚੁੱਕਣ ਸਾਰ ਸਾਰੇ ਫੈਸਲੇ ਹੋ ਜਾਂਦੇ ਸੀ। ਪਰ ਕਿਉਂਕਿ ਹੁਣ ਇੰਨੀ ਡੀਸੈਂਟਰਲਾਈਜ਼ਡ ਹੋਇਆ ਕੰਮ, ਹਰ ਧੜੇ ਨੂੰ ਲੱਗਦਾ ਮੇਰੀ ਸਰਕਾਰ ਆਈ ਹੈ। ਰੌਲਾ ਇਹ ਅਸਲ 'ਚ ਹਰ ਬੰਦੇ ਨੂੰ ਲੱਗਦਾ, ਕਾਂਗਰਸ ਦੇ ਨੂੰ ਜਿਹੜੇ ਧੜੇ ਨੇ ਉਹਨਾਂ ਨੂੰ ਲੱਗਦਾ ਸਾਡੀ ਸਰਕਾਰ ਆ, ਅਸੀਂ ਆਪਦੇ ਮੁਤਾਬਕ ਚਲਾਵਾਂਗੇ। ਹਰ ਬੰਦੇ ਨੂੰ ਲੱਗਦਾ ਕੈਪਟਨ ਨੂੰ ਤਾਂ ਅਸੀਂ ਲਾਹਿਆ। ਹਰ ਧੜੇ ਨੂੰ ਲੱਗਦਾ ਕਿ ਕੈਪਟਨ ਨੂੰ ਲਾਉਣ ਤਾਂ ਸਾਡੀ ਭੂਮਿਕਾ ਹੈਗੀ, ਤਾਂ ਹੁਣ ਸਾਡੇ ਮੁਤਾਬਕ ਚੀਜ਼ਾਂ ਚੱਲਣ। ਪਰ ਉਹਨਾਂ ਮੁਤਾਬਕ ਚੀਜ਼ਾਂ ਨਹੀਂ ਹੁੰਦੀਆਂ। ਇੱਕ ਬੰਦਾ ਕੁਝ ਦੂਜਾ ਨਾ ਦੇ ਕੇ ਆਉਂਦਾ, ਦੂਜਾ ਦੇ ਦਿੰਦਾ। ਉਹ ਉਸ ਤਰੀਕੇ ਦੇ ਨਾਲ ਡਿਸਾਈਡ ਨਹੀਂ ਹੋ ਰਹੀ। ਫਿਰ ਹੁਣ ਕੀ ਲੱਗ ਰਿਹਾ ਕਿ ਕਾਂਗਰਸ ਦਾ ਇਹ ਰੌਲਾ ਰੱਪਾ ਹੈ ਜਿਹੜਾ ਇਹ ਮੁੱਕੂਗਾ ਜਾਂ ਹੋਰ ਜ਼ਿਆਦਾ ਵਧੂਗਾ? ਦੇਖੋ ਇਹ ਤਾਂ ਫੈਸਲਿਆਂ ਤੇ ਮਤਲਬ ਨਿਰਭਰ ਕਰਦਾ, ਫੈਸਲੇ ਕੀ ਹੋਣਗੇ, ਕਿਹੜੇ ਮੰਤਰੀ, ਕਿਹੜੇ ਅਫਸਰ ਕਿਸ ਅਹੁਦਿਆਂ ਤੇ ਲੱਗਣਗੇ, ਉਹਦੇ 'ਚੋਂ ਕੌਣ ਨਾਰਾਜ਼ ਹੋਏਗਾ, ਕੌਣ ਖੁਸ਼ ਹੋਏਗਾ। ਔਰ ਜਿਹੜੇ ਡਰੋਪ ਹੋਣਗੇ ਕਿ ਉਹ ਕੈਪਟਨ ਦੇ ਨਾਲ ਜਾ ਕੇ ਜਦੋਂ ਖੜੇ ਹੋਣਗੇ, ਕਿਉਂ ਕੈਪਟਨ ਬਾਰੇ ਚਰਚਾ ਕਿ ਉਹ ਪਾਰਟੀ ਬਣਾ ਰਹੇ ਨੇ, ਨਵੀਂ ਪਾਰਟੀ ਕੈਪਟਨ ਦੀ ਹੋਂਦ 'ਚ ਆ ਸਕਦੀ ਹੈ। ਤਾਂ ਜਿਹੜੇ ਕਾਂਗਰਸ 'ਚੋਂ ਨਾਰਾਜ਼ ਹੋਣਗੇ ਕੀ ਉਹ ਜਾ ਕੇ ਕੈਪਟਨ ਨਾਲ ਜੁੜ ਜਾਣਗੇ? ਜੇ ਕੈਪਟਨ ਨਾਲ ਜੁੜਨਗੇ ਤਾਂ ਨੁਕਸਾਨ ਅਲਟੀਮੇਟ ਕਾਂਗਰਸ ਪਾਰਟੀ ਦਾ ਹੋਏਗਾ। ਜਿਹੜੇ ਕਹਿ ਰਹੇ ਨੇ ਕੈਪਟਨ BJP ਜਾਣਗੇ, BJP 'ਚ ਨਹੀਂ ਜਾਣਾ ਉਹਨਾਂ ਦੀ ਆਪਦੀ ਪਾਰਟੀ ਹੋਊ। ਆਪਦੀ ਪਾਰਟੀ ਦੇ ਆਧਾਰ ਦੇ ਉੱਤੇ ਉਹ ਚੀਜ਼ਾਂ ਖੜੀਆਂ ਕਰਨਗੇ। ਤੇ ਉਹਦੇ 'ਚੋਂ ਕੌਣ ਕੈਬਨਿਟ 'ਚੋਂ ਡਰੋਪ ਹੋਏਗਾ, ਕਿੱਡਾ ਧੜਾ ਕਾਂਗਰਸ 'ਚੋਂ ਨਿਕਲ ਕੇ ਕੈਪਟਨ ਨਾਲ ਚਲਾ ਜਾਏਗਾ, ਇਹਦਾ ਵੀ ਡਰ ਹਾਈ ਕਮਾਨ ਨੂੰ। ਇਸੇ ਕਰਕੇ ਹਾਈ ਕਮਾਨ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਸੀ, ਚੇਅਰਮੈਨ ਬਦਲੇ ਜਾਂ ਕੁਝ ਬਦਲੇ, ਉਹਦੇ ਤੇ ਰੌਲਾ ਪੈ ਗਿਆ ਹਾਈ ਕਮਾਨ 'ਚ। ਕਿਹਾ ਕਿ ਨਾ ਬਦਲੋ, ਕੈਪਟਨ ਧੜੇ ਦੇ ਜਿਹੜੇ ਬੰਦੇ ਲੱਗੇ ਰਹਿਣ ਦਿਓ, ਅਜੇ ਇਹ ਚੀਜ਼ਾਂ ਨਾ ਕਰੋ। ਤਾਂ ਇਹਦੇ ਤੇ ਵੀ ਬਹੁਤ ਵੱਡਾ ਰੌਲਾ ਪੈ ਰਿਹਾ ਕਿ ਕਾਂਗਰਸ ਦੇ ਅੰਦਰ ਹੋਰ ਵੱਡਾ ਕਲੇਸ਼ ਨਾ ਖੜਾ ਹੋ ਜਾਵੇ, ਕਾਂਗਰਸ ਦਾ ਹੋਰ ਵੱਡਾ ਨੁਕਸਾਨ ਨਾ ਹੋ ਜਾਵੇ, ਕਿਤੇ ਚੀਜ਼ਾਂ ਨੂੰ ਬਣਾਉਂਦਿਆਂ ਢਾਹ ਨਾ ਲਈਏ। ਚੀਜ਼ਾਂ ਦਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਬੁਣਨ ਦੀ ਕੋਸ਼ਿਸ਼ ਹੋ ਰਹੀ ਹੈ, ਕਿਤੇ ਸੁਲਝਾਉਣ ਵਾਲੀਆਂ ਚੀਜ਼ਾਂ ਉਲਝ ਨਾ ਜਾਣ, ਕਿਤੇ ਬਣਦੀਆਂ ਚੀਜ਼ਾਂ ਟੁੱਟ ਨਾ ਜਾਣ। ਇਸ ਗੱਲ ਦਾ ਹਾਈ ਕਮਾਨ ਧਿਆਨ ਰੱਖ ਰਹੀ ਹੈ। ਇਸੇ ਕਰਕੇ ਰੌਲਾ ਇੰਨਾ ਵਧਿਆ ਹੋਇਆ। ਇਸੇ ਕਰਕੇ ਵੱਡੇ ਪੱਧਰ ਦੇ ਉੱਤੇ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਕਿ ਕਿਵੇਂ ਇੱਕ ਦੂਜੇ ਦੇ ਧੜਾ ਇੱਕ ਦੂਜੇ ਤੇ ਭਾਰੂ ਪੈ ਰਿਹਾ। ਔਰ ਹਰ ਧੜੇ ਨੂੰ ਲੱਗਦਾ ਮੈਂ ਮਜ਼ਬੂਤ ਹੋਵਾਂ, ਪਰ ਹਾਈ ਕਮਾਨ ਵਾਲਿਆਂ ਨੂੰ ਲੱਗਦਾ ਕਾਂਗਰਸ ਮਜ਼ਬੂਤ ਹੋਵੇ। ਉਹਨਾਂ ਲਈ ਨਹੀਂ ਮੈਟਰ ਕਰਦੇ ਵੱਡੇ ਲੀਡਰ, ਉਹਨਾਂ ਦੇ ਲਈ ਪਾਰਟੀ ਮੈਟਰ ਕਰਦੀ ਹੈ। ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਉਹ ਕੀ ਕਰਦੇ ਨੇ, ਇਹ ਜਦੋਂ ਲਿਸਟ ਆਏਗੀ ਉਦੋਂ ਪਤਾ ਲੱਗਿਆ। ਕੀ ਲਿਸਟ ਆਈ ਤੋਂ ਰੌਲੇ ਪੈਣਗੇ ਕਿ ਜਿਨ੍ਹਾਂ ਨੂੰ ਕੱਢਿਆ ਜਾਏਗਾ ਉਹ ਵੀ ਬਗਾਵਤ ਕਰਨਗੇ। ਕੈਪਟਨ ਨਾਲ ਕੌਣ ਖੜਾ ਹੋਏਗਾ, ਕੌਣ ਨਹੀਂ ਹੋਏਗਾ, ਇਹ ਸਮਾਂ ਦੱਸੇਗਾ ਕਿ ਕਾਂਗਰਸ ਕਿੱਧਰ ਨੂੰ ਜਾਏਗੀ। ਸੋ ਦੇਖਣਾ ਹੋਏਗਾ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਭਵਿੱਖ ਕੀ ਹੋਏਗਾ ਤੇ ਕਾਂਗਰਸ ਪਾਰਟੀ ਕਿਵੇਂ ਲੋਕਾਂ ਦਾ ਸਮਰਥਨ ਹਾਸਲ ਕਰੇਗੀ।